अस्सलाम वालेकुम नाज़रीन। प्रोग्राम आज मुबारक के साथ यकूब साहब इटली से हमारा साथ देंगे आज के प्रोग्राम में। इलेक्शन मुझे तो होते नज़र नहीं आ रहे। आपके इल्म में सदर ने ख़त लिखा और इलेक्शन कमीशन ने कहा जी हम आपके साथ मुशावरत नहीं कर सकते। इसी तरह दूसरे इदारे भी यही काम कर रहे हैं। आज सोशल मीडिया पे एक मैं प्रोग्राम देख रहा था, तो एक इदारे के खिलाफ एक लड़के ने जब बात की तो वो साफ ही कहने लगे जी इदारों के खिलाफ कोई बात ना करे। अब हमारे इदारों की हालत देख लें कि वो जिस तरह चक्कर दे रहे हैं। यकूब साहब ये क्या हो रहा है? इलेक्शन कमीशन कहता है कि मैं सदर से मुशावरत नहीं कर सकता, मैं इलेक्शन नहीं करवा सकता, सुप्रीम कोर्ट के हुक्म पर वो अदालत में नहीं जाता, तबीयत खराब हो जाती। यहाँ से शुरू करते हैं, बताइए जरा। जी अस्सलाम वालेकुम वरहमतुल्लाह। तमाम पाकिस्तानी में तो सलाम, बच्चों ਨੂੰ ਪਿਆਰ। ਜਿਵੇਂ ਸਾ ਵਰਦੇ ਆ ਵਾ ਹੁਣ ਹਰ ਚੀਜ਼ ਦੀ ਹੱਦ ਹੁੰਦੀ ਹੈ, ਜਿਸ ਵੇਲੇ ਹੱਦ ਟੱਪ ਜਾਏ ਤੇ ਫਿਰ ਜੰਗ ਹੀ ਹੁੰਦੀ ਹੈ। ਕਿੰਨਾ ਵੀ ਕੋਈ ਸਬਰ ਕਰ ਸਕਦਾ ਹੈ, ਸਬਰ ਦੀ ਵੀ ਹੱਦ ਹੈ। ਤੇ ਹੁਣ ਅਰਜ਼ੇ ਆ ਬਈ ਇਲੈਕਸ਼ਨ ਦੀ ਲੋੜ ਹੀ ਨਹੀਂ ਹੈ। ਇਲੈਕਸ਼ਨ ਤੁਸੀਂ ਕਰਾ ਵੀ ਲਓ ਕੱਲ, ਜੇ ਇਹ ਚੀਫ ਇਲੈਕਸ਼ਨ ਕਮਿਸ਼ਨਰ ਬੈਠੇ ਆ, ਇਹ ਹੀ ਜਿਹੜਾ ਉਹ ਭੇਨੇ ਮੌਲਵੀ ਦਾ ਮੁੰਡਾ ਮੁਨਾਫਿਕ ਜਿਹੜਾ ਉਹ ਆਰਮੀ 'ਚ ਬੈਠੇ ਆ ਸਰਬਰਾਹ, ਜਿਹਦੀ ਨਾ ਸ਼ਕਲ ਕਹਿੰਦੀ ਹੈ ਸਰਬਰਾਹ ਤੇ ਨਾ ਉਹਦੀ ਬਾਡੀ ਕਹਿੰਦੀ ਹੈ ਸਰਬਰਾਹ ਤੇ ਨਾ ਉਹਦੀ ਅਕਲ ਕਹਿੰਦੀ, ਜਿਹੜਾ 6 ਸਾਲ ਬਾਜਵੇ ਦੇ ਮੁਤਹਿਦ ਰਿਹਾ ਔਰ ਨਾਲ ਦੂਜੇ ਵੀ ਜਨਰਲ ਜਿਹੜੇ ਨਾ। ਕੋਈ ਲੋੜ ਨਹੀਂ ਇਲੈਕਸ਼ਨ ਦੀ, ਇਨਕਲਾਬ ਦੀ ਲੋੜ ਹੈ। ਅਗਰ ਇਨਕਲਾਬ ਨਹੀਂ ਤੇ ਇਲੈਕਸ਼ਨ ਗਿਆ ਜਨਮ ਵਿੱਚ। ਅੱਛਾ ਹਾਂ, ਪਹਿਲਾਂ ਫੌਜ 'ਚ ਸਟਾਫ ਹੋਵੇ, ਜਿਹੜੇ ਜਨਰਲ 15-20 ਹੈ। ਤੁਸੀਂ ਤੁਹਾਡਾ ਮੈਂ ਲਫ਼ਜ਼ ਸਵਾਲ ਕਰਨਾ, ਇਤਸਾਬ ਹੋਵੇ 15-20 ਦਾ। ਇਤਸਾਬ ਕਿਹੋ ਜਿਹਾ ਹੋਣਾ ਚਾਹੀਦਾ? ਅੱਬਲ ਤੇ 100-150 ਨਹੀਂ ਕਿ 15-20 ਦਾ ਲਾਜ਼ਮੀ ਹਰ ਕੀਮਤ ਤੇ। ਅਗਰ 15 ਜਨਰਲ ਆਪਣੇ ਇਤਸਾਬ ਤਖਤਾਦਾਰ ਤੇ ਨਹੀਂ ਪਹੁੰਚਦੇ ਔਰ ਇਹ ਚੀਫ ਇਲੈਕਸ਼ਨ ਕਿਸੇ ਬੈਠੇ ਹੈ ਔਰ ਇਹ ਦੁੱਲੇ ਦਲਾਲ ਦਾ ਪੋਤਰਾ ਵਜ਼ੀਰ ਆਜ਼ਮ ਜਿਹੜਾ ਤਮਾਸ਼ਾ ਹੈ, ਜਿਹੜਾ ਇਨਸਾਨ ਕਹਿਣਾ ਤੋਹੀਨ ਹੈ। ਅਗਰ ਉਹ ਇਸਲਾਮੀ ਜਮਹੂਰੀਆ ਪਾਕਿਸਤਾਨ ਦਾ ਵਜ਼ੀਰ ਬੈਠੇ ਹੈ, ਇਹ ਹੀ ਵਜ਼ੀਰ ਦਾਖਲ ਹੈ, ਇਹ ਹੀ ਵਜ਼ੀਰ ਖਾਰਜਾ ਹੈ। ਔਰ ਤੁਸੀਂ ਤੱਕੋ ਕਿਆਮਤ ਦੀਆਂ ਨਿਸ਼ਾਨੀਆਂ, ਜਿਹਨੂੰ ਧੋਤੀ ਦੇ ਸਾਈਕਲ ਤੇ ਪਿੱਛੇ ਬਹਿ ਕੇ ਲਾਰੀ ਦੇ ਡਰਾਈਵਰ ਦੀ ਥਕਾਵਟ ਮਹਿਸੂਸ ਕਰਨੀ ਚਾਹੀਦੀ ਹੈ, ਉਹ ਬੰਦਾ ਵੀਰੇ ਖਾਰਜਾ ਬੈਠੇ ਹੈ। ਜਹਾਜ਼ ਲੱਭੇ ਹੈ, ਇਸ ਪੇਨੇ ਮੌਲਵੀ ਦੇ ਮੁੰਡੇ ਨੂੰ ਜਹਾਜ਼, ਇਸ ਦੁੱਲੇ ਦਲਾਲ ਦੇ ਪੁੱਤਰ ਨੂੰ ਜਹਾਜ਼, ਇਸ ਵਜ਼ੀਰ ਖਾਰਜਾ ਜਿਹੜਾ ਖਵਾਜਾ ਸਲਾਮ ਨਾਲ ਹੋ ਕੇ ਧੋਤੀ ਬਣ ਕੇ ਲਾਰੀ ਦੇ ਡਰਾਈਵਰਾਂ ਦੀ ਥਕਾਵਟ ਦੂਰ ਕਰੇ, ਉਹ ਵਜ਼ੀਰ ਖਾਰਜਾ। ਤਮਾਸ਼ਾ ਲੱਗਿਆ ਮੁਲਕ ਵਿੱਚ। ਇਲੈਕਸ਼ਨ ਦੀ ਕੀ ਲੋੜ ਹੈ? ਉਹ ਤਾਂ ਕੋਈ ਉਹ ਬਗੈਰ ਜੇ ਇਨਸਾਨ ਹੈ ਸ਼ਰਜੀਲ ਮੇਮਨ, ਉਹ 4 ਸ਼ੈਤਾਨ ਦੀਆਂ ਨਾਨੀਆਂ ਦੇ ਪੈਰਾਂ ਜਿਹੜੀਆਂ ਬੈਠੀਆਂ ਨੇ, 4 ਸ਼ੀਨ ਹੀ ਬੜੀਆਂ ਨੇ, ਸ਼ਾਜ਼ੀਆ ਮਰੀ, ਸ਼ਾਲਾ ਰਜ਼ਾ, ਸ਼ਰਮੀਲਾ ਫਰੂਕੀ, ਸ਼ੇਰੀ ਰਹਿਮਾਨ। ਔਰ ਤੇਰੀ ਕੀ ਲੋੜ ਹੈ ਸ਼ਰਜੀਲ ਮੇਮਨ ਦੀ ਬਗੈਰਤ ਇਨਸਾਨ? ਤੂੰ ਆਪਣੇ ਕੇਲਿਆਂ ਦਾ ਬਾਗ ਬਚਾਉਣ ਵਾਸਤੇ ਗਰੀਬਾਂ ਲੋਕਾਂ ਦੇ ਘਰ ਰੋਲੇ ਨੇ ਜ਼ਾਲਮ ਦੇ ਬੱਚਿਆ, ਤੇ ਤੂੰ ਭੌਂਕਣਾ ਹਰ ਵੇਲੇ ਸ਼ੇਖ ਸ਼ਹੀਦ ਨੂੰ। ਤੂੰ ਤੇ ਸ਼ੇਖ ਸ਼ਹੀਦ ਉਹ ਗੰਦਾ ਵਾਲ ਹੈ, ਉਹਦੇ ਨਾਲ ਕੀ ਰਲ ਸਕਦਾ ਤੂੰ? ਤੈਨੂੰ ਹੋਰ ਕੋਈ ਕੰਮ ਨਹੀਂ ਲੱਭਾ? ਤੂੰ ਹੋ ਗਈ ਹੂੰ ਔਰ ਸਈਦ ਗਨੀ ਹੋ ਗਿਆ। ਇੱਕੋ ਜਿਹੜਾ ਮੁੱਛਾਂ ਰੱਖੀਆਂ ਹੈਦਰਾਬਾਦ ਦਾ, ਜਿਹਨੂੰ ਪਤਾ ਨਹੀਂ ਉਹ ਕਿਹਾ ਤੇ ਮੌਲਾ ਬਖਸ਼ਿਆ ਤੇ ਮੈਨੂੰ ਦਾ ਨਾਂ ਹੀ ਯਾਦ ਆਉਂਦਾ, ਬਗੈਰ ਦਾ ਇਨਸਾਨ ਜਿਹੜਾ ਕਹਿੰਦਾ ਸ਼ਹੀਦ ਬੇਨਜ਼ੀਰ ਦਾ ਬੇਟਾ। ਓਏ ਇਹ ਜਿਹੜਾ ਜ਼ਾਲਮ ਦੇ ਬੱਚਿਆ, ਜੇ ਤੂੰ ਨਹੀਂ ਚੰਗਾ ਬੋਲਦੇ ਜੀ ਗਲਤ ਨਹੀਂ ਹੈ। ਸ਼ਹੀਦ ਕਿੱਥੋਂ ਹੈ ਬੇਨਜ਼ੀਰ ਸ਼ਹੀਦ? ਉਹ ਕਿੱਥੋਂ ਹੈ ਪੁੱਟੋ ਸ਼ਹੀਦ? ਉਹ ਕਾਤਲ ਹੈ, ਆਪਣੇ ਜਾਮ ਨੂੰ ਪਹੁੰਚ ਗਿਆ। ਉਹਦਾ ਜਿਹੜਾ ਹੀਰਾ ਨਾ ਜਿਹੜਾ ਚੋਰ ਹੈ, ਜਿਹੜਾ ਰਲ ਕੇ ਚੋਰੀ ਕਰਦੇ ਜੀ ਉੱਥੇ ਪਿਆ ਸੁਜ਼ਰਲੈਂਡ बैंक में जी हुक्म करो, जी हुक्म करो तुम्हारी मगर। अच्छा ये बताइए कि जो तालीम याफ्ता लोग हैं पाकिस्तान में, वो रेडी लगा रहा है, ठेला लगा रहा है, टैक्सी चला रहा है, रिक्शा चला रहा है, और जो मुजरिम है वो मुल्क चला रहे हैं। ऐसा मुल्क आपको पूरी दुनिया में मिल सकता है? मैं पहले ही अर्ज की थी कोई लोड़ नहीं इलेक्शन की। अगर ਇਹ ਜਿਹੜੇ ਬੰਦੇ ਸੀਟਾਂ ਤੇ ਬੈਠੇ ਨੇ ਤੇ ਜਵੇਦ ਸਾਹਿਬ ਇਨਕਲਾਬ ਦੀ ਲੋੜ ਹੈ, ਖੂਨੀ ਇਨਕਲਾਬ ਹੈ, ਕੋਈ ਹੋਰ ਹੱਦ ਨਹੀਂ। ਜੇ ਬਿਲਕੁਲ ਦੁਆਈ ਖੁਦਾ ਦੀ ਜ਼ੁਲਮ ਦੀ ਦੇਰ ਲੱਗ ਰਹੀ ਹੈ। ਪੇਨੇ ਮੌਲਵੀ ਦਾ ਮੁੰਡਾ ਮੁਨਾਫਿਕ ਜਿਹੜਾ ਇਹ ਜਨਾਬ ਨਹੀਂ ਸਹਿਮ ਕਰਕੇ ਆਵੇ ਨਾ ਟੀਵੀ ਤੇ ਬਹਿ ਕੇ ਆਖੇ ਕੁਰਾਨ ਤੇ ਹਾਸਲ ਕੋਈ ਹਾਫਿਜ਼ ਸ਼ਬਦ ਨਹੀਂ ਜੇ, ਕੋਈ ਇਮਾਨਦਾਰ ਮੌਲਵੀ ਦਾ ਪੁੱਤਰ ਨਹੀਂ ਜੇ, ਕੋਈ ਜਨਰਲ ਨਹੀਂ ਜੇ। ਇਹ ਚੋਰੀ ਚੁੱਕੀ ਕਰਕੇ ਇਹਦੀ ਸ਼ਕਲ ਤੋਂ ਕੋਈ ਮੂੰਹ ਹੀ ਨਹੀਂ ਇਹਦਾ। ਅੱਛਾ ਜਿੱਕਣ ਖਲੋਤਿਆ ਹੁੰਦਾ ਇਹ ਜਨਰਲ ਪਾਕਿਸਤਾਨ ਦਾ, ਐਸੀ ਰੱਖਦੇ ਮੁਲਕ ਦਾ। ਇਹ ਝੋਲੀ ਚੁੱਕੀ ਕਰਕੇ ਅੱਗੇ ਆਇਆ ਜੇ, ਇਹ ਗੁਲਾਮ ਜੇ, ਇਹ ਬਿਲਕੁਲ ਮੁਨਾਫਿਕ ਜੇ, ਕੋਈ ਜਰਨਲ ਨਹੀਂ ਜੇ, ਕੋਈ ਲੋੜ ਨਹੀਂ ਜੇ। ਅਗਰ ਚੀਫ ਆ ਉਹ ਜਿਹੜਾ ਇਲੈਕਸ਼ਨ ਕਮਿਸ਼ਨਰ ਟਗੇ ਦਾ ਬੰਦਾ ਹੈ, ਉਹ ਨਾ ਸੁਪਰੀਮ ਕੋਰਟ ਦੀ ਗੱਲ ਮੰਨਦਾ, ਨਾ ਉਹ ਸਦਰ ਦੀ ਗੱਲ ਮੰਨਦਾ। ਟਗੇ ਦਾ ਬੰਦਾ ਜੱਗਾ ਬਣੇ
ਕੋਈ ਹੈ ਜੇ ਇਲੈਕਸ਼ਨ ਦੀ ਲੋੜ, ਤੁਸੀਂ ਹੁਕਮ ਕਰ ਲਓ, ਤੁਹਾਡੀ ਵਿਤਵਾਦ ਆਈ ਹੈ। ਅੱਛਾ, ਇਹ ਦੱਸੋ, ਮੈਂ ਵੀ ਪੰਜਾਬੀ ਜੀ ਪੁੱਛਣਾ ਤੁਹਾਨੂੰ, ਐਟਮ ਦੀ ਤੁਸੀਂ ਗੱਲ ਕੀਤੀ ਏ, ਕਹਿੰਦੇ ਐਟਮੀ ਸਾਸੇ ਜਿਹੜੇ ਨੇ ਉਹ ਵੀ ਗਿਰਵੀ ਰਖਾ ਦਿੱਤੇ ਨੇ। ਰਖਾਏ ਨਹੀਂ, ਰਖਾਣ ਲੱਗੇ ਨੇ। ਜੇ ਕੌਮ ਨੇ ਗੱਲ ਤੋਂ ਨਾ ਖਾਦੀ ਤੇ ਗਏ ਸੋ ਮਿਲੋ, ਫਿਰ ਉਹੀ ਕੰਮ ਹੋਇਆ ਯੂਕਰੇਨ ਦੇ ਦਿੱਤੇ ਨਾ ਅੱਖ ਲਾ ਕੇ। ਬਿਲਕੁਲ ਗੇਮ ਦੰਦੇ ਤੇ ਪਹੁੰਚੀ ਹੈ। ਅਗਰ ਕੌਮ ਗੈਰਤ ਨਹੀਂ ਖਾਣੀ ਜਵੇਦ ਸਾਹਿਬ, ਇਹ ਕੌਮ ਦਾ ਕੰਮ ਹੈ। ਕੱਲਾ ਇਬਰਾਹਿਮ ਦੇ ਦੋ ਹੱਥ ਨੇ, ਔਰ ਜਿਹੜੀ ਬਗੈਰਤ ਦੀ ਬੱਚੀ ਭੌਂਕਦੀ 24 ਘੰਟੇ ਜਿਹੜੀ ਆਂਦੀ ਹੈ ਮੇਰਾ ਬਾਪ, ਉਹ ਤੇਰੇ ਬਾਪ ਨੂੰ ਤੇ ਔਰ ਬਾਪ ਆਖਣਾ, ਉਹਨੂੰ ਤੇ ਲੀਡਰ ਆਖਣਾ, ਲਾਹਨਤ ਉਹਨਾਂ ਲੋਕਾਂ ਦੇ ਜਿਹੜੇ ਉਹਨੂੰ ਲੀਡਰ ਮੰਨਦੇ ਨੇ। ਉਹ ਤਾਂ ਫਾਕਾਂ ਨਾਲ ਖਾਣ ਵਾਲਾ ਖੋਤਾ ਬੁਜ਼ਦਿਲ, ਚੂਹੇ ਤੂੰ ਬੁਜ਼ਦਿਲ ਬੰਦਾ। ਉਹਦੇ ਚ ਗੈਰਤ ਦੀ ਰਮਕ ਹੈ ਕੋਈ? ਜਿਹਨੇ ਕੁੜੀ ਆਪਣੀ ਘੋੜੀ ਸੰਗਾਰ ਕੇ ਡਾਂਟਿੰਗ ਬਣ, ਉਹਨੂੰ ਮਰਤ ਮਰਜਮ ਕਹੋ, ਮਰੀਮ ਨਵਾਜ਼ ਉਹਨੂੰ ਕਹੋ ਐਕਸੀਡੈਂਟ ਵਾਲੀ, ਸਫਦਰਵਾਨ ਦੀ ਬੀਵੀ ਐਕਸੀਡੈਂਟ ਵਾਲੀ, ਆਦਸਾਤੀ ਬੀਵੀ। ਉਹ ਆਦਸਾਤੀ ਬੀਵੀ ਹੈ, ਉਹ ਸ਼ੌਂਕ ਨਾਲ ਕੋਈ ਬੀਵੀ ਨਹੀਂ। ਉਹਨੂੰ ਕਹੋ ਸਫਦਰਵਾਨ ਦੀ ਬੀਵੀ, ਐਕਸੀਡੈਂਟ ਵਾਲੀ ਬੀਵੀ, ਉਹਨੂੰ ਕਹੋ ਉਹਨੂੰ ਮੱਤ ਮਰੀ। ਇੱਕੋ ਡੱਡੂ ਚਾਜੇ ਬੈਠੇ ਭੌਂਕਣ ਵਾਸਤੇ। ਤੱਕੋ ਨਾ ਮੁਸਲਮਾਨਾਂ ਰੱਖੇ ਨੇ ਤੇ ਕਿਰਦਾਰ ਹਿੰਦੂਆਂ ਦਾ। ਮੈਂ ਦਾਅਵੇ ਨਾਲ ਕਹਿ ਸਕਣਾ, ਮੇਰੇ ਕੋਲ ਸ਼ਰਤ ਲਾ ਦੇ, ਇਹ ਜਿਹੜੇ ਦਾ ਨਾਨਕਾ ਤੇ ਇਹਨਾਂ ਦੇ ਨਾਨਕੇ ਹਿੰਦੂ ਨੇ। ਉਹ ਹਿੰਦੂ ਉੱਥੇ ਨੇ, ਇਹ ਕਜ਼ਨ ਨੇ ਉਹਦੇ ਮੋਦੀ ਦੇ। ਉਹ ਕੋਈ ਪਾਕਿਸਤਾਨ ਦਾ ਤਲਕ ਨਹੀਂ ਹੈ, ਨਾ ਜ਼ਰਦਾਰੀ ਦਾ, ਨਾ ਉਹਦੇ ਹਿਜੜੇ ਦਾ, ਨਾ ਸ਼ਬਾਦੇ ਦਾ, ਨਾ ਨਵਾਜ਼ੇ ਦਾ, ਨਾ ਉਹਨਾਂ ਦੀ ਔਲਾਦ ਦਾ। ਦੁਆਈ ਖੁਦਾ ਦੀ ਹੈ। ਇਹ ਇਸ ਵੇਲੇ ਪਾਕਿਸਤਾਨ ਨੂੰ ਅਗਿਆਰ, ਉਹ ਫਿਰ ਵੀ ਅਗਿਆਰ ਵੀ ਆਪਣੇ ਉਹਨਾਂ ਦਾ ਕੋਈ ਕਸੂਰ ਤੇ ਲੈ ਆਈ, ਭਾਵੇਂ ਤਲਾਕ ਨੂੰ ਮੰਨਦੇ ਨੇ, ਉਹਨਾਂ ਕੋਲ ਕਸੂਰ ਲੈਣ ਦੇ। ਉਹ ਆਪਣੇ ਮੁਲਕ ਨਾਲ ਲਾਇਲ ਨੇ, ਆਪਣੇ ਮੁਲਕ ਨਾਲ ਮੁਹੱਬਤ ਕਰਦੇ ਨੇ। ਔਰ ਜ਼ਾਲਮ ਦੇ ਬੱਚੇ ਲੁੱਟਦੇ ਇਸ ਮੁਲਕ ਨੂੰ। ਤੁਹਾਡਾ ਦਾਅ ਲੱਗ ਗਿਆ, ਤੁਸੀਂ ਲਾਲਦੇ ਹੁੰਦੇ ਹੋ, ਕਹਿੰਦੇ ਹੋ ਉਹ ਅਸੀਂ ਟਕੇ ਟਕੇ ਤੇ ਗਗਲਿਆ, ਸਾਡਾ ਦਾਅ ਲੱਗ ਗਿਆ, ਅਸੀਂ ਇਸ ਮੁਲਕ ਦੀ ਤਾਂ ਖੈਰ ਮੰਗੀ ਹੈ। ਔਰ ਅਸੀਂ ਜਿਹੜੇ ਸਾਹਿਬ ਯੂਰਪ 'ਚ ਬੈਠੇ ਹਾਂ, ਉਹ ਮਜ਼ਦੂਰੀ ਕਰਨ। ਇਸ ਮੁਲਕ ਨਾਲ ਅਸੀਂ ਲਾਇਲ ਨਹੀਂ, ਤੁਸੀਂ ਇੰਗਲੈਂਡ ਨਾਲ ਲਾਇਲ ਨਹੀਂ ਹੋ, ਮੈਂ ਇਟਲੀ ਨਾਲ ਲਾਇਲ ਨਹੀਂ ਹਾਂ। ਮੈਂ ਆਪਣੀ ਔਲਾਦ ਨੂੰ ਅੱਲਾ ਦੀ ਕਸਮ ਮੈਂ ਕਹਿੰਦਾ, ਮਜ਼ਹਬ ਆਪਣੇ ਨਾਲ ਚੱਲੋ, ਮੁਲਕ ਇਸ ਨਾਲ ਮੁਹੱਬਤ ਕਰੋ ਜਿੱਥੋਂ ਖਾਂਦੇ ਆ। ਇਹ ਜਿਹੜੇ ਆਮ ਸਾਡੇ ਜਾਹਿਲ ਲੋਕ ਨੇ, ਮੁਸਲਮਾਨ ਕਹਿੰਦੇ ਨੇ ਯਾਰ ਕਾਫਰਾਂ ਨੂੰ ਲੁੱਟਣਾ ਜਾਇਜ਼। ਮੈਂ ਕਹਿੰਦਾ ਕਿਹੜੀ ਕਿਤਾਬ ਦੀ, ਕਿਹੜਾ ਕੁਰਾਨ ਪੜ੍ਹੇ, ਕਿੱਥੇ ਲਿਖਿਆ ਜੀ? ਮੇਰੀ ਇੱਥੇ ਕਈ ਵਾਰ ਲੜਾਈ ਹੋਈ ਹੈ, ਮੈਂ ਹਸਪਤਾਲ ਜਾਣਾ, ਦੋ ਜ਼ਨਾਨੀਆਂ ਮੇਰੇ ਵੈਲ ਪੈ ਗਈਆਂ, ਕਿਉਂਕਿ ਮੈਂ ਡਾਇਰਸੀ ਕਰਨਾ। ਮੇਰਾ ਨਾਲ ਜਿਹਦਾ ਬੈੱਡ ਹੈ ਮੁਸਲਮਾਨ ਹੈ, ਮਰੋਕ ਦੀ, ਫਾਤਿਮਾ ਨਾਂ ਹੈ, ਮੈਨੂੰ ਉਸ ਨਾਂ ਦੀ ਲਾਜ ਹੈ। ਮੈਂ ਉਹਨੂੰ ਜਾਂਦਾ ਸਲਾਮ ਕਰਦਾ, ਮੈਂ ਨਾ ਉਹ ਮੇਰੇ ਤੋਂ ਵੱਡੀ ਹੈ, ਜ਼ਈਫ ਬਣ ਵਾਲੀ ਹੋਈ ਹੈ, ਮੈਂ ਨਾ ਫਾਤਿਮਾ ਸਲਾਮ। ਉਹ ਦੂਜੀ ਲੜਕੀ ਕਈ ਵਾਲੀ, ਤੂੰ ਇਹਨੂੰ ਸਲਾਮ। ਉਹ ਫਿਰ ਇੱਕ ਮੁੰਡਾ ਵੀ ਜੋ ਤੇ ਉਹ ਬੜਾ ਸਮਝਿਆ ਬੰਦਾ, ਪੜ੍ਹਿਆ ਲਿਆ, ਉਹਨੇ ਕਿਹਾ ਉਹ ਮੁਸਲਮਾਨ ਹੈ, ਉਹਦੀ ਮੁਸਲਮਾਨ ਭੈਣ ਨੂੰ ਉਹ ਸਲਾਮ ਕਰਦਾ। ਸਾਨੂੰ ਬੁਲਜੋਲ ਨੂੰ ਆਦ, ਉਹਨਾਂ ਨੂੰ ਮੈਂ ਇਟਲੀ ਜਾ, ਉਹਨੇ ਕਿਹਾ ਸਾਨੂੰ ਇਟਲੀ ਜਾ ਆਦਾ, ਉਹਨੂੰ ਉਹਦੀ ਮੁਸਲਮਾਨ ਭੈਣ ਵੱਡੀ ਹੈ, ਉਹਦਾ ਇੱਜ਼ਤ ਕਰਦਾ, ਉਹਨੂੰ ਸਲਾਮ ਕਰਦਾ, ਉਹਦਾ ਵਤਨ। ਉਹਨੂੰ ਮੇਰੇ ਨਾਲ ਛੱਡ ਗਈ ਜ਼ਿੱਦ ਕਰਨੀ, ਪਹਿਲਾਂ ਮੇਰੇ ਨਾਲ ਥੋੜੀ ਜਿਹੀ ਲਰਜੇ ਕਰੀ, ਹੁਣ ਮੇਰੀ ਮਤਲਬ ਮੇਰੀ ਇੱਜ਼ਤ ਕਰਦੀ ਹੈ। ਠੀਕ ਹੈ, ਉਹਦਾ ਆਪਣਾ। ਅੱਛਾ, ਇਹ ਦੱਸੋ, ਅੱਛਾ ਜੀ, ਮੈਂ ਕਹਿਣਾ ਚਾਹੁੰਦਾ ਕਿ ਦੇਖੋ, ਅਸੀਂ ਜਦੋਂ ਪ੍ਰੋਗਰਾਮ ਕਰੀਏ ਨਾ, ਉਹਦੇ ਵਿੱਚ ਨਾ ਅਸੀਂ ਹਿੰਦੂ ਲਿਆਈਏ, ਨਾ ਮੁਸਲਮਾਨ ਲਿਆਈਏ, ਕੋਈ ਮਜ਼ਹਬ ਨਾਲ ਲਿਆਈਏ। ਅਸੀਂ ਗੱਲ ਕਰੀਏ ਪਾਕਿਸਤਾਨ ਦੀ। ਅਗਰ ਤੁਸੀਂ ਹਿੰਦੂ ਦੀ ਗੱਲ ਕਰੋਗੇ, ਹਿੰਦੂ ਤੇ ਆਪਣੇ ਮੁਲਕ ਨੂੰ ਬੜੀ ਅੱਗੇ ਲੈ ਗਏ ਦੇ ਨੇ। ਇੱਥੇ ਯੂਰਪ ਦੇ ਵਿੱਚ ਤੁਹਾਨੂੰ ਇੰਡੀਅਨ ਬੇਸ਼ੁਮਾਰ ਨਜ਼ਰ ਆਉਣਗੇ, ਔਰ ਉਹ ਬੜੀ ਤਰੱਕੀ ਦੇ ਵਿੱਚ ਜਾ ਰਿਹਾ ਮੁਲਕ। ਔਰ ਅਸੀਂ ਦੇਖ ਲਓ ਕਿ ਪਾਕਿਸਤਾਨੀ ਅੱਜ ਤੱਕ ਇਹ ਕੌਮ ਨਹੀਂ ਬਣ ਸਕੇ। ਅੱਛਾ, ਇਹ ਦੱਸੋ ਕਿ ਹਰ ਜਗ੍ਹਾ ਤੇ ਅਸੀਂ ਮਜ਼ਹਬ ਕਿਉਂ ਲੈ ਆਨੇ ਵਿੱਚ? ਨਹੀਂ, ਮੈਂ ਜਿਹੜਾ ਮਜ਼ਹਬ ਦੀ ਗੱਲ ਕਰਨਾ, ਮੈਂ ਤੁਹਾਨੂੰ ਅਰਜ਼ ਕਰਨਾ, ਇੱਥੇ ਮੈਂ ਰਹਿਣਾ, ਮੇਰੀ ਪੂਰੀ ਬਿਲਡਿੰਗ ਸਿੱਖਾਂ ਦੀ ਹੈ, ਮੇਰਾ ਕੱਲਾ ਘਰ ਮੁਸਲਮਾਨਾਂ ਦਾ। ਤੇ ਯਕੀਨ ਕਰੋ, ਅਸੀਂ ਭੈਣਾਂ ਭਰਾ ਮੇਰੀ ਸਾਰੇ ਰਿਸਪੈਕਟ, ਮੈਨੂੰ ਬਾਬਾ ਜੀ ਆਖਦੇ ਨੇ, ਕਿਉਂਕਿ ਮੈਂ ਇਨਸਾਨ। ਮੈਂ ਉਹ ਯਕੀਨ ਕਰੋ, ਇੱਥੇ ਉੱਤੇ ਜਵਾਨ ਮੁੰਡਾ, ਉਹਦਾ ਇੱਕੋ ਹੀ ਬੱਚਾ, ਤੇ ਉਹ ਜਰਮਨੀ ਗਿਆ ਤੇ ਮਿਲ ਗਏ ਰਿਸ਼ਤੇਦਾਰਾਂ ਨੂੰ, ਐਕਸੀਡੈਂਟ ਹੋਇਆ, ਮਰ ਗਿਆ। ਮੈਂ ਉਹਦਾ ਇੱਕੋ ਹੀ ਬੱਚਾ, ਤੇ ਮੈਂ ਆਪਣੀ ਬੀਵੀ ਨੂੰ ਕਹਿੰਦਾ ਕੋਈ ਸ਼ਾਇਦ ਚੰਗੀ ਪਕਾ ਕਰ ਉਹਨੂੰ ਦਿਆ ਕਰ, ਜ਼ਰਦਾ ਫਰੂਟ ਕੋਈ ਸ਼ਾਇਦ। ਮੈਂ ਕਿਹਾ ਝੂਠਾ ਨਹੀਂ, ਤਾਜ਼ਾ, ਕਿ ਉਹ ਬੱਚਾ ਯਤੀਮ ਹੋ ਗਿਆ, ਉਹਦੀ ਬੀਵੀ ਉਹਦੀ ਸਫਾਈ ਕਰਦੀ ਹੈ। ਅਸੀਂ ਇਨਸਾਨ ਆ। ਮੈਂ ਮਜ਼ਹਬ ਨੂੰ ਆਪਣਾ ਹਿੰਦੂ ਦਾ ਆਪਣਾ, ਸਿੱਖ ਦਾ ਆਪਣਾ, ਈਸਾਈ ਦਾ ਆਪਣੇ। ਖੁਦਾ ਇੱਕ ਹੈ ਸਾਡਾ ਮਖਲੂਕ, ਸਾਰੇ ਇਨਸਾਨ। ਅਸੀਂ ਇਨਸਾਨੀਅਤ ਦੇ ਲਿਹਾਜ਼ ਨਾਲ ਮੈਂ ਹਰ ਮਜ਼ਹਬ ਦੀ ਰਿਸਪੈਕਟ ਕਰਦਾ, ਪਰ ਮੈਂ ਨਾ ਉਹ ਹਿੰਦੂ ਤੇ ਆਪਣੇ ਮੁਲਕ ਨਾਲ, ਸਾਡੇ ਮੁਲਕ ਵੀ ਹਿੰਦੂ ਹੈ, ਕਿਹਾ ਜਾਣਦੇ ਉਹ ਇੱਜ਼ਤ ਨਾਲ ਜ਼ਿੰਦਗੀ ਨਹੀਂ ਗੁਜ਼ਾਰ ਰਹੇ। ਈਸਾਈ ਨਹੀਂ ਸਾਡੇ ਮੁਲਕ, ਸਿੱਖ ਨਹੀਂ ਹੈ। ਲੇਕਿਨ ਮੈਂ ਕਹਿੰਦਾ ਕਿ ਇਹ ਨਾਲ ਲਿਬਾਦਾ ਮੁਸਲਮਾਨਾਂ ਦਾ ਉੜੀ ਹੈ, ਜਾਂ ਤੇ ਡਿਕਲੇਅਰ ਹੋ ਗਿਆ ਮਤਲਬ ਜੀ ਅਸੀਂ ਗੈਰ ਮੁਲਕ, ਤੇ ਇਹ ਮਦਦ ਕਰਦੇ ਨੇ। ਅੱਜ ਨਾ ਖੁਰਾਕ ਮੰਗਾਓ ਇੰਡੀਆ ਤੋਂ। ਇਸ ਇਨਸਾਨ ਸੈਕੜੇ ਬੰਦੇ ਦਾ ਕਾਤਲ ਹੈ, ਇਹ ਪੁਲਿਸ ਕੋਲ ਬੰਦੇ ਬਣਾਉਂਦਾ ਰਿਹਾ, ਅਰਬਾਂ ਰੁਪਏ ਦਾ ਡਾਕੂ ਦਾ ਪੁੱਤਰ ਦੋਵੇਂ, ਤੇ ਇਹਨੂੰ ਵਜ਼ੀਰ ਬਣਾਏ ਜਾਂਦੇ। ਇਹਨੇ ਅੱਧੇ ਲਾਹੌਰ ਨੂੰ ਆਪਣੀ ਕਮਿਸ਼ਨ ਖਾਣ ਵਾਸਤੇ ਪੂਰੇ ਲਾਹੌਰ ਦਾ ਨਕਸ਼ੇ। ਉਹ ਜ਼ਾਲਮ ਦਾ ਬੱਚਾ, ਤੂੰ ਆਰਾਮ ਨਹੀਂ ਖਾਣਾ, ਤੂੰ ਮੈਂ ਦੇ ਦੋਸਤ ਸੀ, ਤੇ ਤੂੰ ਥੱਲੇ ਮੈਟਰੋ ਬਣਵਾ ਨਾ। ਉਹ ਲਾਹੌਰ ਦਾ ਨਕਸ਼ਾ ਕਿਉਂ ਖਰਾਬ ਕੀਤਾ? ਤੂੰ ਸੈਕੜੇ ਲੋਕਾਂ ਦੇ ਪੁਰਾਣੇ ਮਕਾਨ, ਖਾਨਦਾਨੀ ਨਸਲ ਦੁਕਾਨਾਂ ਬਰਬਾਦ ਕਰ ਛੜੀਆਂ। ਲਾਹੌਰ ਦਾ ਤੂੰ
ਨਕਸ਼ਾ ਹੀ ਖਰਾਬ ਕਰ ਤੁਸੀਂ ਸਕਦੇ ਲਾਹੌਰ ਨੂੰ ਕਹਿਣ ਦੇ ਜੇ ਮੈਂ ਤੇ ਗੱਲ ਸੁਣੋ ਹੈਂ? ਤੁਸੀਂ ਲਾਹੌਰ ਨੂੰ ਰੋਣ ਦੇ ਜੇ ਮੈਂ ਕਹਿੰਦਾ ਪੂਰੇ ਪਾਕਿਸਤਾਨ ਦਾ ਬੇੜਾ ਗਰਕ ਕਰ ਦਿੱਤਾ ਇਹਨਾਂ ਨੇ ਬੇਸ਼ੱਕ ਮੈਂ ਉਹਦੀ ਗੱਲ ਪਿਆ ਕਰਨਾ ਉਹ ਤੁਸੀਂ ਆਦੇ ਜ਼ਾਲਮ ਸਾਨੂੰ ਲਾਉਣਾ ਉਹ ਤੁਹਾਡਾ ਦਾਲ ਲੱਗ ਗਿਆ ਤੁਸੀਂ ਬਗੈਰਤ ਇਨਸਾਨ ਹੋ ਆਏ ਹੋ ਇਸ ਖਵਾਸ ਤੋਂ ਖੁਦਾ ਦੇ ਇਸ ਮੁਲਕ ਨੂੰ ਰਹਿਣ ਦਿਓ ਹੁਣ ਤੁਹਾਡੀ ਜਿਵੇਂ ਸਭ ਗੱਲ ਕਰੋੜ ਰੁਪਏ ਦੀ ਹੈ ਕੋਈ ਬਿਲਕੁਲ ਦਵਾਈ ਖੁਦਾ ਦੀ ਇਹ ਆਈਟਮ ਬੰਮ ਛੱਡ ਕੇ ਇਹਨਾਂ ਨੇ ਆ ਕਰਮਾਂ ਨੂੰ ਆਪਣੀ ਇਸਤਾ ਵੇਚ ਕੇ ਇਹਨਾਂ ਨੂੰ ਦੌਲਤ ਚਾਹੀਦੀ ਹੈ ਤੇ ਇੱਥੇ ਦੇ ਖਾਬੇ ਚ ਉਹ ਜ਼ਾਲਮੋ ਟੇਢੀ ਪੱਲਾ ਨੇ ਰੋਟੀ ਖਾਣੀ ਹੈ ਨਾ ਉਹ ਗੰਢੇ ਨਾਲ ਵੀ ਬੰਦਾ ਕਿੱਥੇ ਨਾਲ ਖਾ ਲੈਂਦਾ ਲੇਕਿਨ ਉਹ ਤੇ ਤੁਸੀਂ ਕਿੱਥੇ ਖੜ ਲੈਂਦੇ ਪੈਸੇ ਇਹ ਪੈਸੇ ਕਿੱਥੇ ਖੜ ਲੈਂਦੇ ਹੈ ਪਰ ਉਹ ਮਰੀਮ ਤੇ ਕਹਿੰਦੀ ਮੇਰਾ ਕਸੂਰ ਨਹੀਂ ਹੈਗਾ ਮੇਰੀ ਤੇ ਹਕੂਮਤ ਹੀ ਨਹੀਂ ਹੈਗੀ ਮੇਰਾ ਤੇ ਤਲਕ ਹੀ ਨਹੀਂ ਇਸ ਹਕੂਮਤ ਨਾਲ ਤੂੰ ਹੈ ਕੌਣ ਹੈ ਗੱਲ ਕਹਿਣ ਵਾਲੀ ਤੇਰੀ ਇਸ ਗੱਲ ਤੇ ਲੜ ਦੱਲੀ ਔਰਤ ਗੰਦੀ ਬੇਗੈਰਤ ਬਾਪ ਦੀ ਬੇਗੈਰਤ ਬੱਚੀ ਉਹ ਤੇਰਾ ਘੁੰਮਣ ਦਾ ਕੀ ਤਲਕ ਹੈ ਤੂੰ ਸਜ਼ਾਦਾਰ ਔਰਤ ਹੈ ਸਭ ਜਿਤਨੀ ਉਹਨੇ ਆਰਾਮ ਦੀ ਇਕੱਠੀ ਕਮਾਈ ਕੀਤੀ ਹੈ ਇਹ ਜਿਹੜੇ ਲੋਕਾਂ ਨੂੰ ਮੈਂ ਆਖਦਾ 20 ਵਾਰੀ ਕਿਹਾ ਇਹਨਾਂ ਦੇ ਨਾਂ ਮੁਸਲਮਾਨਾਂ ਦੇ ਬੜਾ ਕਰੋ ਦੂਜੀ ਗੱਲ ਇਹ ਹੈ ਬਈ ਜਿਹੜਾ ਤੁਸੀਂ ਆਖਦੇ ਹੋ ਬਈ ਇਹ ਆਪਣੀ ਦੌਲਤ ਬਾਹਰ ਉਹ ਇਹਨਾਂ ਦੀ ਆਖੋ ਆਰਾਮ ਦੀ ਦੌਲਤ ਹੈ ਜ਼ਰਦਾਰੀ ਕੋਲ ਰਾਮ ਦੀ ਜਿਹਨੇ ਜ਼ਰਦਾਰੀ ਨੂੰ ਜਿਹੜੇ ਉਹਦੇ ਨਾਲ ਫਾਰਵਰਡ ਲੱਗੇ ਰਹੇ ਸੀ ਸਾਰਿਆਂ ਕੋਲ ਰਾਮ ਦੀ ਦੌਲਤ ਹੈ ਨਵਾਜ਼ ਸ਼ਰੀਫ ਕੋਲ ਆਖੋ ਰਾਮ ਦੀ ਦੌਲਤ ਸਾਡੀ ਦੌਲਤ ਲੁੱਟ ਕੇ ਬਾਹਰ ਖੜੀ ਨੇ ਆਰਾਮੀਆਂ ਨੇ ਰਾਮ ਦੀ ਦੌਲਤ ਖੜੀ ਹੈ ਆਪਣੀ ਨਹੀਂ ਖੜੀ ਨੌਕਰੀ ਕੀਤੀ ਇਹ ਜਲਦੀ ਮਰੀਮ ਪੈਦਾ ਹੋਈ ਹੈ ਇਹਨੇ ਨਾ ਨਹੀਂ ਲਾਏ ਇਹਨੇ ਕਮਾਈ ਕੀਤੀ ਕਿੱਥੇ ਨੂੰ ਨੌਕਰੀ ਕੀਤੀ ਹੈ ਉਹਦੀ ਨੌਕਰੀ ਕੀਤੀ ਹੈ ਸਫਦਰਵਾਨ ਦੀ ਕੀਤੀ ਹੈ ਜਾਂ ਇਹਨੇ ਨੌਕਰੀ ਕੀਤੀ ਹੈ ਇਹਦੀ ਭੈਣੂ ਤੇ ਅਰਬੀ ਦੀ ਨੌਕਰੀ ਕੀਤੀ ਹੈ ਇਹਨੇ ਕਤਲ ਦੀ ਨੌਕਰੀ ਕੀਤੀ ਹੈ ਔਰ ਫ੍ਰੀ ਫੰਡ ਐਵੇਂ 5 ਮਿੰਟ ਦਾ ਕੰਮ ਹੈ ਕਰੋੜਾਂ ਰੁਪਏ ਕਮਾਓ ਇਹਨੇ ਇਹ ਨੌਕਰੀ ਕੀਤੀ ਕਿੱਥੇ ਲੱਗੀ ਹੈ ਪ੍ਰੋਫੈਸਰ ਜਾਂ ਡਾਕਟਰ ਚਾਹੇ ਔਰਤ ਹੈ ਉਹਦੇ ਦਾਦਾ ਨੂੰ ਦਾਖਲਾ ਨਹੀਂ ਮਿਲਿਆ ਇਹ ਹੀ ਕੰਮ ਸਹੀ ਹੈ ਜਿਹੜਾ ਕਰਦੀ ਵੀ ਸਰਕਾਰ ਦੇ ਬਾਪ ਦੇ ਆਖੇ ਲੱਗ ਕੇ ਔਰ ਤੇਰੇ ਕੀ ਘੁੰਮਦਾ ਬਈ ਤੂੰ ਕਿੱਥੋਂ ਵੀ ਅੱਜ ਤੱਕ ਤੂੰ ਐਮਪੀ ਨਹੀਂ ਬਣੀ ਤੂੰ ਬੀਡੀ ਮੈਂਬਰ ਨਹੀਂ ਬਣੀ ਤੇਰੀ ਘੁੰਮਣ ਕਿੱਥੋਂ ਹੈ ਨਹੀਂ ਬੇਗੈਰਤ ਬਾਪ ਹੈ ਨਹੀਂ ਲੇਕਿਨ ਉਹ ਤੇ ਕਹਿੰਦੀ ਮੇਰੇ ਦਾਦਾ ਜਿਹੜਾ ਸੀ ਉਹਦੀ ਪ੍ਰਾਪਰਟੀ ਸੀ ਉਹ ਮਿਲੀਅਨੇਰ ਸੀ ਅਰਬਪਤੀ ਸੀ ਇਹ ਆਇਆ ਜੀ ਇੱਕ ਬਾਬਾ राती इन्होंने फैक्ट्री मुलाजिम ने इंजीनियर राती करो बाहर जमान पर को पिया दिया मेरा ये 20 साल पहले 95,000 रुपया आज जो 10 लाख रुपया बनता देख लो कुत्ते के बच्चे बाबा खलोते हैं जमान पर बाद वो आदे ही ना मैनू मेरे 2 पुत्र जवान मरवाए ने मैं सच्ची गल करते हैं वो आदे कातल ने चोर वो आदे मेरा 20 साल पहले 95,000 रुपया मेरा नौकरी मुकल दिया बाहर वो इस वे साहब का जवेद साहब वो कितने बने 20 साल बाद है और 4 बार जमा करो तो 20 लाख रुपया बनता है इन्हें जो गलत है वो बाबा खलोते हैं बाबा लो इंटरव्यू परसों कर लो क्लिप बाद ये चोर ने डाकू दादा तेरा दादा दादे ने ची तेरी भैन निक्की सऊदी अरब जाके बुढ़े 50 साल दे तेरा बाबा घोड़े खुरियां नाल दे तेरा दादा बाहर टकरे नाल है टकरे चोर है तेरा क्यों किथों तेरा दादा अरबपति आया और दुल्ले दलाल दा मुड़ाया ਜਿਹੜਾ ਉਹ ਉੱਥੇ ਅੰਮ੍ਰਿਤਸਰ ਬਾਜ਼ਾਰ ਚੀਰਾ ਮੰਡੀ ਦੇ ਫੁੱਲ ਵੇਚਦੇ ਆ ਮੋਤੀ ਇਹਦੇ ਉਹ ਕਿੱਥੋਂ ਅਰਬਾਂ ਰੁਪਏ ਦਾ ਪਾਕਿਸਤਾਨ ਚ ਆਇਆ ਅੱਛਾ ਇਹ ਦੱਸੋ ਹੁਣ ਤੁਸੀਂ ਇਹ ਚੀਜ਼ ਦੱਸੋ ਕਿ ਇਹ ਇਮਰਾਨ ਖਾਨ ਕੱਲ ਅਦਾਲਤ ਚ ਜਾਏਗਾ लाजमी जाएगा जवेद साहब क्या करना अगर अदालत अगर तुम दसा मैं अगर गैरत खानी है या इस मुल्क को असले बचाना है तो जजें बचाना जी ਤੁਹਾਡਾ ਖਿਆਲ मजबूर ने ਜਿਹੜੇ ਪਹਿਲੇ ਹਾਲਾਤ ਨਾਰਮਲ ਰਹੇ ਨੇ ਨਾ ਜਿਨ੍ਹਾਂ ਜੱਜਾਂ ਨੇ ਹਮਜ਼ਾ ਨੂੰ ਘਰ ਬੈਠੇ ਇਤਵਾਰੀ ਅਦਾਲਤਾਂ ਖੋਲ ਕੇ ਤੇ ਉਹਦੀ ਜ਼ਮਾਨਤ ਮਨਜ਼ੂਰ ਕੀਤੀ ਹੈ ਜਿਨ੍ਹਾਂ ਜੱਜਾਂ ਨੇ ਕੱਲ ਤੱਕ ਮਰ ਗਿਆ ਨਾ ਤੇ ਮੈਂ ਆਖਿਆ ਮਾੜੀ ਗੱਲ ਲਿਖਿਆ ਸੀ ਉਹਦੇ ਮੋਬਾਈਲ 'ਚ ਵਾ ਇੱਕ ਜਿਹੜਾ ਲੋਹਾਰਾਂ ਦਾ ਦਲਾਲ ਜਿਹੜਾ ਜਨਮ ਵਾਸਲ ਹੋ ਗਿਆ ਮੈਂ ਕਿਹਾ ਗੱਲ ਨਹੀਂ ਕਰਨੀ ਚਾਹੀਦੀ ਚਲੋ ਮਲਕ ਯੂਮ ਗਲਤੀਆਂ ਕੀਤੀਆਂ ਮਰਦੀਆਂ ਲੇਕਿਨ ਕਲਮਾ ਗਵਾਇਆ ਮੁਸਲਮਾਨ ਮਰ ਗਿਆ ਉਹ ਇਹ ਵੀ ਤੇ ਕਲਮਾ ਅੱਛਾ ਗੱਲ ਸੁਣੋ ਉਹ ਗੱਲ ਸੁਣੋ ਇਹ ਵੀ ਤੇ ਸਾਰੇ ਕਲਮਾ ਗੋਈ ਨੇ ਜਿਹੜੇ ਕੰਮ ਕਰਨ ਦੇ ਜਿਹੜੇ ਮੁਲਕ ਦਾ ਬੇੜਾ ਗਰਕ ਕਰਨ ਦੇ ਤੇ ਇਹ ਵੀ ਕੱਲ ਨੂੰ ਮਰ ਜਾਣ ਤੇ ਫਿਰ ਇਹਨਾਂ ਲਈ ਵੀ ਇਹੀ ਕਹਿਣਾ ਕਿ ਇਹ ਗੱਲ ਨਾ ਕਰਨੀ ਚਾਹੀਏ कोई काम बंदे के पुत्रां ला कोई करे तो तारीफ की जाती कि उन्हें बंदे के पुत्रां ला काम भी ना किया ना नहीं। बड़ी माजरत के साथ हुआ ये कि प्रोग्राम चल रहा था यकूब साहब के साथ जज्बाती हो गए और वो फिर गालियां निकालनी शुरू कर देते हैं। मैं बार बार काटता रहा, बार बार डिस्टर्ब हो रहा था, तो उनसे माजरत की है कि आप जब ब्लड प्रेशर ज़रा लो हो जाए फिर बात करेंगे। बात उनकी बिल्कुल दुरुस्त है कि आप खुद अंदाज़ा लगाएं कि पाकिस्तान में जो आज हालात बने हुए हैं, कहते हैं कि अदालतों से इंसाफ मिल सकता है। अल्लाह करे अदालतों को ये समझ आ जाए कि हम इंसाफ के लिए बैठे हुए हैं और लोग हमारे ऊपर इत्मीनान भी कर रहे हैं और लोगों के पास रास्ता भी कोई नहीं, या तो कोई रास्ता हो तो फिर भी तो लोग इस वक्त जो कुछ भी देख रहे हैं अदालतों की तरफ देख रहे हैं। सुप्रीम कोर्ट ने यह कहा था कि ये जो दहशत गर्दी के इस तरह के मुकदमात हैं
वो गलत है, गैर कानूनी है। अब इमरान खान ने कल कोर्ट में जाना है या नहीं जाना, मेरा नहीं ख्याल वो कोर्ट में जाए, क्योंकि उसकी जान को भी खतरा है और कोशिश की जा रही है कि उस केस को खारिज किया जाए। अब ये सुप्रीम कोर्ट की अदालत बात मानती है या फिर इस केस को सुप्रीम कोर्ट में लेके जाना पड़ेगा। मेरा ख्याल है कि अगर ये रिजेक्ट करते हैं या कोई ऑब्जेक्शन लगाते हैं तो फिर सुप्रीम कोर्ट में ये अपील की जाएगी और सुप्रीम कोर्ट के पास इस तरह की केस पहले भी जा चुके हैं। अगर आपको बड़ी अदालत से जाके इंसाफ मिलना है, बड़ी अदालत में सब कुछ करना है, तो मेरा फिर छोटी अदालतें भी कौम का वक्त ज़ाया कर रही हैं, कौम का पैसा ज़ाया कर रही हैं, लोगों का टाइम ज़ाया कर रहे हैं। इस पे भी गौर कीजिएगा। हमारे चैनल को सब्सक्राइब करें, जुड़े रहे हमारे साथ ताकि और भी प्रोग्राम